ਕੰਮ ਬੋਲਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਨੀਰਜ ਪਾਲੀ। ਦਰਅਸਲ ਇਸ ਸਪੈਸ਼ਲ ਸ਼ੋਅ ਦੀ ਪਹਿਲੀ ਰਿਪੋਰਟ ਉਹਨਾਂ ਦੀ ਵਿਖਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਵਿਕਾਸ ਦਾ ਦਮ ਹਰ ਸੱਤਾ ਤੋਂ ਬਾਹਰ ਰਹਿੰਦਾ ਹਰ ਸਿਆਸਤਦਾਨ ਭਰਦਾ ਆ ਰਿਹਾ ਹੈ, ਜਿਨ੍ਹਾਂ ਦੇ ਨਾਮ ਤੇ ਰਾਜਨੀਤਿਕ ਰੋਟੀਆਂ ਸੇਕੀਆਂ ਜਾਂਦੇ ਨੇ ਤੇ ਜਿਨ੍ਹਾਂ ਦੇ ਸਿਰ ਤੇ ਦੇਸ਼ ਦੀ ਅਰਥ ਵਿਵਸਥਾ ਵੀ ਟਿਕੀ ਹੁੰਦੀ ਹੈ, ਜੋ ਸਰਕਾਰ ਦੀ ਇੱਜ਼ਤ ਜਾਂ ਕਹੋ ਸਰਕਾਰ ਦੀ ਲਾਜ ਵੀ ਬਚਾਉਂਦੀ ਹੈ, ਪਰ ਉਹਨਾਂ ਦੀ ਲਾਜ ਬਚਾਈ ਨਹੀਂ ਜਾਂਦੀ। ਇਹ ਵੱਖਰੀ ਗੱਲ ਹੈ। ਖੈਰ, ਯਾਦ ਕਰਵਾ ਦਈਏ, ਮੋਦੀ ਜੀ ਨੇ ਵੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਕੀਤੇ ਸਨ जो फुस हो गए। ते आम आदमी पार्टी जो सत्ता तो बाहर सी उदों वड्डियां वड्डियां छड्डियां भी सी। खैर, मोदी जी लगे हुए ने आमदन दुगनी करन च ते पंजाब सरकार भी पोस्टर ला रही है, उन्हां दा काम बोल रहा है। आओ विखाने ये पंजाब दा नजारा है, खेती प्रधान सूबा साडे किसानां दा नजारा है जो खेती कर फसलां उगा देश ही नहीं सगों विदेशां च वास्ते लोकां दा ढिड भरदा है। जी हाँ, वाकई उसे किसान दा नजारा है जो दिल्ली दी बरूहां च बह के आ गया, हुण पंजाब दी कदे मंडियां ते कदे सरकारी दफ्तरां ते कदे सड़कां तो इंसाफ दी भाल कर रहा है। ये उस थां दा नजारा है। की खन्ना, की तरनतारन, की नाभा, की सीएम ते गढ़ संगरूर, की फिरोजपुर, की गुरदासपुर, हर थाई साडा अंतरता सड़कां ते। बीते दिनी खबर आई कि पंजाब दी सारियां फसलां चुकण दा जिम्मा केंद्र दी एजेंसियां ने ले लिया। खबर छपी कि 80% खराबे ते ₹5.31 दा कट लगेगा प्रति क्विंटल। फिर भी किसान सड़कां ते है, मुर्दाबाद मुर्दाबाद करी जांदा है। किसान मुर्दाबाद मुर्दाबाद करी जाते ने ते सियासतदान बयान दे जाते ने। होया की होया दरअसल कि किसानों ने कहता कि खन्ना मंडी जो एक भी दाना बाहर नहीं लिजान दिता जाएगा जब तक मंगा पूरियां नहीं होंदियां। ਅੱਜ ਖੰਨੇ ਤੋਂ ਇਹ ਆਵਾਜ਼ ਦੇ ਰਿਹਾ ਤੁਹਾਡੇ ਮਾਧਿਅਮ ਰਾਹੀਂ ਕਿ ਸਰਕਾਰ ਤੱਕ ਆਵਾਜ਼ ਜਾਵੇ। ਜਿਹੜਾ ਬਦਰੰਗ ਦਾ ਕੱਟ ਕਹਿੰਦੀ ਹੈ 31% ਤੱਕ, ਉਹਦੇ ਕੀ ਮਾਪਦੰਡ ਨੇ? ਕੀ ਇੰਸਪੈਕਟਰ ਮੁੱਠੀ ਭਰ ਕੇ ਲਾ ਕੇ ਆਪਣਾ ਇੰਸਪੈਕਟਰੀ ਰਾਜ ਚਾਹੁੰਦੀ ਹੈ? ਜੇਕਰ ਇਹ ਚੀਜ਼ ਤੋਂ ਸਰਕਾਰ ਸੈਂਟਰ ਨਹੀਂ ਹਟਦੀ ਤਾਂ ਅਸੀਂ ਇੱਕ ਵੀ ਦਾਣਾ ਬਾਹਰ ਨਹੀਂ ਜਾਣ ਦੇਵਾਂਗੇ। ਆਓ ਇਕੱਠੇ ਹੋ ਕੇ ਸਰਕਾਰ ਨੂੰ ਮਜਬੂਰ ਕਰੀਏ ਵੀ ਅੱਜੇ ਖੰਨਾ ਮੰਡੀ ਖਾਲੀ ਹੋਵੇ, ਨਹੀਂ ਅਸੀਂ ਵੱਡਾ ਐਕਸ਼ਨ ਲਵਾਂਗੇ। ਇਹ ਸਰਕਾਰ ਦੀ ਨਲਾਇਕੀ ਆ, ਬੁੱਧੂ ਬਣਾਉਂਦੇ ਆ। ਜਿਸ ਤਰ੍ਹਾਂ ਗੱਲ ਕੀਤੀ ਆ ਵੀ ਕਿਸਾਨਾਂ ਨੂੰ ਮੁਆਵਜ਼ਾ ਮਿਲੂਗਾ 15,000 20,000 10,000, ਗਦਾਵਰੀਆਂ ਇਹਨਾਂ ਦੀਆਂ ਬੁਰੀ ਤਰ੍ਹਾਂ ਫੇਲ ਹੋਈਆਂ। ਕਣਕ ਦੀ ਕਟਾਈ ਹੋ ਗਈ, 15% ਦਾ ਮੁਆਵਜ਼ਾ, ਕਿਸੇ ਨੂੰ ਕੱਖ ਨਹੀਂ ਮਿਲਣਾ। 9-9 ਹਜ਼ਾਰ ਰੁਪਈਆ ਇੱਕ ਪਿੰਡ ਦੇ ਹਿੱਸੇ ਆਉਂਦਾ। 11 ਕਰੋੜ 50 ਲੱਖ ਇਹਨਾਂ ਨੇ ਰਿਲੀਜ਼ ਕੀਤਾ ਸਰਕਾਰ ਨੇ। ਕਿੱਥੋਂ ਦੇ ਦੇਣਗੇ? ਕਹਿੰਦੇ 15-15 ਹਜ਼ਾਰ ਦੇਣਾ। ਕਿਸਾਨ ਮਰਨਾ ਤਾਂ ਕਿੱਧਰ ਨੂੰ ਜਾਣ? ਅੱਜ ਖੰਨੇ ਮੰਡੀ ਦਾ ਹਾਲ ਤੁਸੀਂ ਚਲੋ ਨਾਲ ਦੇਖੋ ਕਿਵੇਂ ਲੋਕ ਬੈਠੇ ਆ ਇੱਥੇ, ਤਰਸਦੇ ਆ। ਉੱਥੇ ਪਿੱਛੇ ਕੰਮ ਖਰਾਬ ਹੁੰਦੇ ਆ, ਜਵਾਕ ਘਰੇ ਡੀਕਦੇ ਆ, ਰੋਟੀ ਪਾਣੀ ਘਰੋਂ ਦੇ ਕੇ ਜਾਂਦੇ ਆ। 4-4 ਦਿਨ ਦੇ ਕਿਸਾਨਾਂ ਬੈਠੇ ਆ ਇੱਥੇ, ਜਿਹੜੇ ਸਾਨੂੰ ਕਹਿੰਦੇ ਆ ਵੀ ਦੱਸੋ ਕੀ ਕਰੀਏ। ਅਸੀਂ ਆੜ੍ਹਤੀਆਂ ਨੂੰ ਵੀ, ਅਸੀਂ ਆੜ੍ਹਤੀਆਂ ਤੇ ਹੈਰਾਨ ਆ, ਪਤਾ ਨਹੀਂ ਬੈਠੇ ਆ ਕੀ ਕਰਦੇ ਆ, ਇਹ ਕੀ ਡੀਕਦੀ ਆ, ਕਿਹੜੀ ਸਰਕਾਰਾਂ ਤੋਂ ਡਰਦੇ ਆ? ਸਰਕਾਰ ਤੋਂ, ਐਡਮਿਨਿਸਟ੍ਰੇਸ਼ਨ ਤੋਂ। ਅਸੀਂ ਇੱਥੇ ਬੈਠ ਗਏ ਆ, ਲੋਕ ਆ ਰਹੇ ਆ, ਨਹੀਂ ਅਸੀਂ ਜਾਮ ਕਰਾਂਗੇ। ਜੋ ਸਾਤੋਂ ਵਾਜਬ ਹੋਊਗਾ ਕਾਨੂੰਨ ਤੇ ਰਹਿ ਕੇ ਅਸੀਂ ਕਰਾਂਗੇ, ਨਹੀਂ ਜਲਦੀ ਤੋਂ ਜਲਦੀ ਇੱਥੇ ਖਰੀਦ, ਇੱਥੇ ਮੰਡੀ ਖਾਲੀ ਹੋਣੀ ਚਾਹੀਦੀ ਹੈ। ਕਿਸਾਨ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਵੀ ਜੋ ਕੇਂਦਰ ਸਰਕਾਰ ਵੱਲੋਂ ਫਸਲ ਤੇ ਵੈਲਿਊ ਕੱਟ ਭੇਜਿਆ ਗਿਆ, ਅਸੀਂ ਉਹ ਨਹੀਂ ਦੇਣਾ। ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਤੇ ਕੋਸ਼ਿਸ਼ ਹੈ ਕਿ ਛੇਤੀ ਇਹਦਾ ਕੋਈ ਨਾ ਕੋਈ ਹੱਲ ਕੱਢਾਂਗੇ। ਕਿੰਨੀ ਹੁਣ ਤੱਕ ਜਿਹੜੀ ਅਰਾਈਵਲ ਆ ਚੁੱਕੀ ਹੈ ਤੇ ਕਿੰਨੀ ਜਿਹੜੀ ਖਰੀਦ ਕੀਤੀ ਗਈ ਹੈ? ਖੰਨਾ ਮੰਡੀ ਦੇ ਵਿੱਚ ਹੁਣ ਤੱਕ ਕੁੱਲ 16,800 ਕੁਇੰਟਲ ਦੇ ਕਰੀਬ ਆਮਦ ਹੋਈ ਹੈ ਤੇ ਜਿਹਦੇ ਵਿੱਚੋਂ ਹੁਣ ਤੱਕ ਜਿਹੜੀ ਹੈ ਕੋਈ 6,000 ਕੁਇੰਟਲ ਖਰੀਦ ਹੋ ਚੁੱਕੀ। सो सरकारी अफसरां ने अजिहे बयान तो बयान किसान परेशान, पर सरकार दे अपने दावे मंत्री जी तो लैके मुख्यमंत्री जी किसानों के लिए वड्डे ऐलान कर चुके ने, अपने बयान दे चुके ने। लो आओ सुनाइए। किसानी वाले मामले च आ जाओ। गन्ने का असी पिछले साल का सारा पैसा देता जी, 392 करोड़ सी सारे पैसे साडे वल्लों देते उन्होंने। शुगर केन नूं 380 रुपये क्विंटल साडा भाव है, सारे मुल्क तो वध है जी 380 रुपये। तो असी मिलों नाल भी गल कर रहे हैं कि पहला पैसे दो फिर तुहानूं गन्ना देवांगे, फिर बाद च गल करांगे। मिलां मैनूं पता चलाकियां करदियां ने, वो असी उन्हां ते हुण सकंजा कस रहे हैं। फिर पिछली बार झोना बीजण वेले बिजली खुली आई, झोना आया, ट्राली का डाला खोलण सार तुल गई। 24 घंटे 30 घंटे पैसे आ गए, कोई दिक्कत नहीं। ट्रांसपोर्ट की बारदाने की सारा प्रबंध असी पहला करके रखते हैं। इदां ही ऐतकी होऊगा। चलो कणकां थोड़ी जिहियां खराब हो गई, लेट आईयां ने, पर कोई मंडी च नहीं रुलण देवांगे। ते नाल असी उन्हां नूं आख्या सीगा केंद्र नूं कि बेमौसमी बरसात पै गई, बहुत फसलों का नुकसान हो गया,
ਖੜੀਆਂ ਫਸਲਾਂ ਜਿਹੜੀਆਂ ਪੱਕੀਆਂ ਹੋਈਆਂ ਡਿੱਗ ਪਈਆਂ ਤਾਂ ਪਾਣੀ ਆ ਗਿਆ ਉੱਤੇ ਤਾਂ ਦਾਣਾ ਖਰਾਬ ਹੋਊਗਾ, ਸਿੱਲ ਵੀ ਹੋਊਗੀ, ਦਾਣਾ ਖਰਾਬ ਹੋਊਗਾ। ਸਾਨੂੰ ਢਿੱਲ ਦੇ ਦਿਓ, ਰਿਲੈਕਸੇਸ਼ਨ ਦੇ ਦਿਓ ਵੀ ਖਰੀਦਣ 'ਚ FCI ਵੱਲੋਂ। ਉਹਨਾਂ ਨੇ ਕੀ ਕੀਤਾ ਜੀ, ਹਾਂਜੀ ਕਰ ਦਿਆਂਗੇ ਇੰਨੇ % 18% ਤਾਂ ਅਸੀਂ ਕਰ ਦਾਂਗੇ ਜੀ। ਉਹ ਤੋਂ ਬਾਅਦ ਅਸੀਂ ਜੇ ਦਾਣਾ ਖਰਾਬ ਹੈ ਜਾਂ ਟੁੱਟਿਆ ਹੋਇਆ ਹੈ ਜਾਂ ਕਾਲਾ ਦਾਣਾ ਹੈ ਤਾਂ ਫਿਰ ਉਸ ਹਿਸਾਬ ਨਾਲ ਅਸੀਂ 21 ਰੁਪਈਆਂ ਦਾ ਪਰ ਕੁਇੰਟਲ ਦਾ ਕੱਟ ਲਾਵਾਂ। ਕੇਂਦਰ ਨੇ ਆਪਣੇ ਵੱਲੋਂ ਰਾਹਤ ਦੇ ਦਿੱਤੀ, ਪੰਜਾਬ ਸਰਕਾਰ ਰਾਹਤ ਦੇਣ ਦੀਆਂ ਗੱਲਾਂ ਕਰਦੀ ਪਈ ਹੈ। ਸਰਕਾਰਾਂ ਦੀ ਅਜਿਹੀ ਰਾਹਤ ਤੇ ਜੇ ਕਿਸਾਨਾਂ ਦਾ ਪੰਜਾਬ 'ਚ ਅਜਿਹਾ ਨਜ਼ਾਰਾ ਹੋਵੇ ਤਾਂ ਤੁਸੀਂ ਇਸ ਨੂੰ ਕਿੰਨੀ ਰਾਹਤ ਤੇ ਕਿੰਨੀ ਆਫਤ ਕਹੋਗੇ, ਇਹ ਤੁਹਾਡੇ ਤੇ ਛੱਡਿਆ, ਕਿਉਂਕਿ ਲੋਕਾਂ ਦੇ ਨਿਆਣੇ ਸਿਆਣੇ ਤੁਸੀਂ ਆਪ ਸਿਆਣੇ। ਰਿਪੋਰਟ ਖੰਨਾ ਤੋਂ ਰਵਿੰਦਰ ਸਿੰਘ, ਤਰਨਤਾਰਨ ਤੋਂ ਅਮਿਤ ਮਰਵਾਹਾ, ਨਾਭਾ ਤੋਂ ਭੁਪਿੰਦਰ ਸਿੰਘ ਤੇ ਸੀਐਮ ਦੇ ਗੜ੍ਹ ਸੰਗਰੂਰ ਤੋਂ ਅਨਿਲ ਜੈਨ, ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਤੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ। ਜਲੰਧਰ 'ਚ ਲੋਕ ਸਭਾ ਸੀਟ ਨੂੰ ਲੈ ਕੇ ਜਿਮਨੀ ਚੋਣ ਹੈ। ਸੀਟ ਰਿਜ਼ਰਵ ਹੈ, ਸੋ ਸਾਰੀਆਂ ਪਾਰਟੀਆਂ ਨੇ ਆਪਣਾ ਦਮਖਮ ਐਸਸੀ ਕੈਂਡੀਡੇਟ ਦੇ ਹਵਾਲੇ ਦੇ ਨਾਲ ਅਜਮਾਉਣਾ ਸ਼ੁਰੂ ਕਰ ਦਿੱਤਾ ਹੈ। ਯਾਨੀ ਕਿ ਜੇ ਇਹ ਕਹਿ ਲਈਏ ਕਿ ਸਾਰੀਆਂ ਪਾਰਟੀਆਂ ਦੀ ਇੱਜ਼ਤ ਅਤੇ ਰੈਪੂਟੇਸ਼ਨ ਦਾਅ ਤੇ ਲੱਗੀ ਹੋਈ ਹੈ ਤਾਂ ਕਹਿਣਾ ਕੁਝ ਗਲਤ ਵੀ ਨਹੀਂ ਹੋਵੇਗਾ ਤੇ ਵੱਡੀ ਗੱਲ ਵੀ ਨਹੀਂ ਹੈ। ਖਾਸ ਕਰ ਸੰਗਰੂਰ ਦੀ ਲੋਕ ਸਭਾ ਸੀਟ 'ਚ ਹਾਰ ਦਾ ਮੂੰਹ ਵੇਖਣ ਵਾਲੀ ਆਮ ਆਦਮੀ ਪਾਰਟੀ ਦੀ, ਜਿਨ੍ਹਾਂ ਦੀ ਪੰਜਾਬ 'ਚ ਮੌਜੂਦਾ ਸਰਕਾਰ ਹੈ ਤੇ ਭਗਵੰਤ ਮਾਨ ਸੰਗਰੂਰ ਤੋਂ 2 ਵਾਰ MP ਵੀ ਰਹਿ ਚੁੱਕੇ ਨੇ ਤੇ ਉਤੋਂ ਸਰਕਾਰ ਦਾਅਵਾ ਕਰਦੀ ਆ ਰਹੀ ਹੈ ਕਿ ਪੰਜਾਬ 'ਚ ਸਾਡਾ ਕੰਮ ਬੋਲਦਾ ਪਿਆ। ਇਹ ਗੱਲ ਵੱਖਰੀ ਹੈ, ਫਿਰ ਵੀ ਸੰਗਰੂਰ ਦੀ ਸੀਟ ਹਾਰ ਗਏ ਸਨ, ਪਰ ਹੁਣ ਕਿਸਮਤ ਦਾਅ ਤੇ ਲੱਗੀ ਹੋਈ ਹੈ ਜਲੰਧਰ 'ਚ। ਪਰ ਜਲੰਧਰ 'ਚ ਕੁਝ ਲੋਕ ਤੱਤੇ ਹੋਏ ਫਿਰਦੇ ਨੇ, ਆਓ ਤੁਹਾਨੂੰ ਰਿਪੋਰਟ ਵਿਖਾਉਂਦੇ ਹਾਂ। ਕਾਂਚੀ ਰਵਿਦਾਸ ਦੀ ਉਹ ਧਰਤੀ, ਜਿਸ ਧਰਤੀ ਤੇ ਜਾਣ ਦੇ ਲਈ ਹਰ ਇੱਕ ਇਨਸਾਨ ਦਾ ਦਿਲ ਲੋਚਦਾ ਹੈ ਤੇ ਜੇ ਰਵਿਦਾਸ ਜੀ ਦੇ ਨਾਮ ਤੇ ਬਸਾਏ ਕਾਂਚੀ ਨਗਰ 'ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸ਼ਰਾਬ ਦੇ ਠੇਕੇ ਖੋਲੇ ਜਾਣ ਤਾਂ ਉੱਥੇ ਦੇ ਰਹਿਣ ਵਾਲੇ ਬਸ਼ਿੰਦਿਆਂ ਦਾ ਰੋਹ ਸੁਭਾਵਿਕ ਹੀ ਹੈ। ਇਹ ਤਲਖੀ ਅਤੇ ਭੀੜ ਇਸ ਦੀ ਤਸਦੀਕ ਵੀ ਕਰਦੀ ਹੈ। ਦਰਅਸਲ ਤੁਹਾਨੂੰ ਵਿਚਲੀ ਗੱਲ ਸਮਝਾਈਏ, ਜਲੰਧਰ ਦੇ ਕਾਲਾ ਸੰਘਿਆ ਰੋਡ ਤੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਕਾਂਚੀ ਨਗਰ ਨਾਮ ਦਾ ਇੱਕ ਇਲਾਕਾ ਹੈ ਅਤੇ ਇਸ ਦੀ ਖਾਸੀਅਤ ਇਹ ਹੈ ਕਿ ਇਸ ਦਾ ਨੀਂਹ ਪੱਥਰ ਵੀ ਧਾਰਮਿਕ ਆਸਥਾ 'ਚ ਅਹਿਮ ਸਥਾਨ ਰੱਖਣ ਵਾਲੇ ਡੇਰਾ ਬੱਲਾ ਵਾਲੇ ਮਹਾਂਪੁਰਖਾਂ ਨੇ ਰੱਖਿਆ ਸੀ, ਜਿੱਥੇ ਕੁਝ ਦਿਨ ਪਹਿਲਾਂ ਜਾਂ ਕਹੋ ਵੋਟਾਂ ਤੋਂ ਕੁਝ ਦਿਨ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਸੀ ਅਤੇ 25 ਕਰੋੜ रुपए संत जी ਨੂੰ सिनंबर भेंट करने की गल भी आखी सी। वो उसका माई बाप है, वो उसका गॉडफादर है। सबकी कहीं ना, सारे गैंगस्टर, सारे बड़े बड़े अपराधियों की कहीं ना कहीं सेटिंग थी, इसीलिए किसी को पकड़ा नहीं जाता था। आम आदमी पार्टी की किसी के साथ सेटिंग नहीं है, इसलिए एक एक करके पिछले 1 साल के अंदर जितने गैंगस्टर और जितने अपराधी पकड़ के जेल में डाले हैं, धीरे धीरे आपको पता लगने लगा है कि पंजाब के अंदर कैसे शांति व्यवस्था आने लगी है, कानून व्यवस्था आने लगी है। हमें बच्चों के लिए नौकरियां देनी है, बच्चों को, हमें बच्चों के हाथ में कंप्यूटर देने हैं, हमें बच्चों के हाथ में नशा नहीं देना, हमें बच्चों के हाथ में बंदूक नहीं देनी। पंजाब के लोग इतने अच्छे ਤੇ ਹੁਣ ਇਸੇ ਸਮੁਦਾਇ ਦੇ ਲੋਕ ਸੜਕਾਂ ਤੇ ਰੋਲਾ ਪਾ ਰਹੇ ਨੇ ਅਤੇ ਆਪਣੇ ਬੱਚਿਆਂ ਦਾ ਵਾਸਤਾ ਦੇ ਰਹੇ ਨੇ ਕਿ ਅਜਿਹੀ ਥਾਂ ਤੇ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ। ਹਾਲਾਂਕਿ ਦੱਸ ਦਈਏ ਕਿ ਸ਼ਰਾਬ ਦਾ ਠੇਕਾ ਖੋਲ੍ਹਣਾ ਮਾੜਾ ਨਹੀਂ, ਸਰਕਾਰ ਨੂੰ ਕਮਾਈ ਹੁੰਦੀ ਹੈ ਜਿਵੇਂ ਦਿੱਲੀ 'ਚ ਵੀ ਹੋ ਰਹੀ ਹੈ, ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਵੀ ਤਾਂ ਜ਼ਰੂਰੀ ਹੈ ਨਾ, ਕਿਉਂਕਿ ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਅਤੇ ਕੇਜਰੀਵਾਲ ਜੀ ਰਵਿਦਾਸ ਸਮੁਦਾਇ ਦੇ ਲੋਕਾਂ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਸੋਚਦੇ ਨੇ ਤੇ ਦੂਜੇ ਪਾਸੇ ਉਸੇ ਸਮੁਦਾਇ ਦੇ ਭਰੋਸੇ ਤੇ ਠੇਸ ਵੀ ਪੁੱਜੀ ਹੈ। ਇਸ ਵੇਲੇ ਜੋ ਸਾਡੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ, ਭਗਵੰਤ ਮਾਨ ਜੀ ਹੋਸ਼ ਆ ਜਾਓ, ਕਿਉਂਕਿ ਜਿਹੜੇ ਇਹਨਾਂ ਦੇਖੋ ਬਈ ਆਹ ਚਲੇ ਗਿਆ ਬਹੁਤ ਕੁਰਬਾਨੀਆਂ ਦੇਣ ਵਾਲੇ ਬੈਠੇ ਆ, ਉਹ ਸਾਡੀਆਂ ਲੜਕੀਆਂ ਨੇ ਇੱਥੋਂ ਲੰਘਣਾ, ਸਾਡੇ ਬੱਚਿਆਂ ਨੇ ਜਾਣਾ, ਕੀ ਤੁਸੀਂ ਉਹਨੂੰ ਸ਼ਰਾਬੀ ਬਣਾਉਣ ਲੱਗੇ ਹੋ? ਇਹ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ। ਗੁਰੂਆਂ ਦੇ ਨਾਮ ਤੇ ਨਗਰ ਆ, ਠੀਕ ਹੈ ਜੀ, ਤੇ ਇਹਨੂੰ ਪਹਿਲ ਦੇ ਆਧਾਰ ਤੇ ਦੇਖਣ ਤਾਂ ਜੋ ਇੱਥੋਂ ਦੀ ਬੱਚੇ ਲੰਘਦੇ, ਸਕੂਲ ਆਲਰੇਡੀ 3-4 ਇੱਥੇ ਸਕੂਲ ਆ ਲਾਗੇ, ਬੱਚੇ ਕੁੜੀਆਂ ਲੰਘ ਰਹੀਆਂ ਆ, ਬਾਰ-ਬਾਰ ਨਾ ਅਸੀਂ ਕਿਹੜੇ ਬੰਦੇ ਨੂੰ ਕੰਪੈਲ ਕਰਾਂਗੇ ਵੀ ਠੇਕਾ ਆ ਜਾਂ ਇੱਥੇ ਠੇਕਾ ਬਣੂਗਾ ਫਿਰ ਹੱਤਾ ਵੀ ਬਣੂਗਾ। ਦੇਖੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਹੱਲਾ ਆ ਇਹਨੂੰ ਕਾਂਚੀ ਨਗਰ ਕਿਹਾ ਜਾਂਦਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਪਵਿੱਤਰ ਧਰਤੀ ਨੂੰ ਅਸੀਂ ਮੰਨਣ ਵਾਲੇ ਲੋਕ ਹਾਂ ਔਰ ਸੰਤ ਬੱਲਾ ਵਾਲੇ ਸੰਤਾਂ ਨੇ ਇਸ ਨਗਰ ਦੀ ਜਿਹੜੀ ਨੀਂਹ ਰੱਖੀ ਸੀ ਔਰ ਉਸਨੇ ਮਹੱਲੇ ਦਾ ਨਾਮ ਕਾਂਚੀ ਨਗਰ ਰੱਖਿਆ ਜੀ। ਸੋ ਇੱਦਾਂ ਦੇ ਠੇਕੇ ਜੇਕਰ ਸਾਡੇ ਗੁਰੂ ਦੇ ਨਾਮ ਤੇ ਮਹੱਲਾ ਹੋਵੇ ਔਰ ਠੇਕੇ ਇੱਦਾਂ ਦੇ ਖੁੱਲ੍ਹ ਜਾਣ ਤੇ ਸਾਡੇ ਵਾਸਤੇ ਤਾਂ ਮਰਨ ਵਾਲੀ ਗੱਲ ਹੈ। ਸੋ ਜਿਸ ਲੋਕ ਸਭਾ ਜਿਮਨੀ ਚੋਣ ਦੇ ਲਈ ਸਾਰੀਆਂ ਪਾਰਟੀਆਂ ਦਲਿਤਾਂ ਦੇ ਕੱਦਾਵਰ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਰਹੀਆਂ ਨੇ, ਉਹੀ ਦਲਿਤ ਭਾਈਚਾਰੇ ਨੂੰ ਸਰਕਾਰ ਨਿਰਾਸ਼ ਵੀ ਕਰ ਰਹੀ ਹੈ।
ਚੋਣ ਜ਼ਾਬਤੇ ਦੇ ਕਾਰਨ ਡੇਰਾ ਬੱਲਾ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਸਿਨਮਰ ਭੇਟ ਅਜੇ ਨਹੀਂ ਮਿਲੀ। ਪਰ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਤੋਂ ਪਹਿਲਾਂ ਸਰਕਾਰ ਦੇ ਲਈ ਇਹ ਵੱਡੀ ਨਾਰਾਜ਼ਗੀ ਲੋਕਾਂ ਨੇ ਥਾਲੀ 'ਚ ਰੱਖ ਕੇ ਦੇ ਦਿੱਤੀ ਹੈ। ਖੈਰ, ਜਦੋਂ ਹੰਗਾਮਾ ਵਧਿਆ ਤਾਂ ਪੁਲਿਸ ਵੀ ਸਾਹਮਣੇ ਆਈ ਤੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ। ਵਾਈਟ ਤੁਸੀਂ ਥਾਣੇ ਆਓ ਫਿਰ ਦਵਾਂਗੇ ਨਹੀਂ ਮੈਡਮ ਉੱਥੇ ਆਏ ਨਾ, ਤੁਸੀਂ ਇੱਥੇ ਮੈਟਰ ਤੇ ਦੱਸੋ ਮਾੜਾ ਜਿਹਾ ਮੈਟਰ ਤੇ ਦੱਸੋ ਕਿ ਮੈਟਰ ਮਾਮਲਾ ਕੀ ਸਾਰਾ ਠੇਕੇ ਨੂੰ ਲੈ ਕੇ ਕੀ ਵਿਵਾਦ ਕਿਉਂ ਹੈ ਪਿੰਡ ਵਾਲਿਆਂ ਦੇ ਜੋ ਠੇਕੇ ਦੀ ਗੱਲ ਹੈ, ਠੇਕੇ ਦਾ ਥਾਣੇ ਬੈਠ ਕੇ ਗੱਲ ਕਰ ਲੈਂਦੇ ਕਿ ਤੁਸੀਂ ਦੋਵਾਂ ਪਬਲਿਕ ਕਹਿ ਰਹੀ ਕਿ ਠੇਕਾ ਨਹੀਂ ਖੁੱਲਣਾ ਚਾਹੀਦਾ। ਮੈਡਮ ਕੀ ਪ੍ਰੋਬਲਮ ਆ ਰਹੀ ਹੈ ਜਿਹੜੀ ਉਹਨਾਂ ਨੇ ਮਨਾ ਕੀਤਾ? ਉਹਨਾਂ ਨੇ ਬੱਚੇ ਔਰ ਔਰਤਾਂ ਦੇ ਜਿਹੜੇ ਜੋ ਵੀ ਬੱਚੇ ਸਕੂਲ ਜਾਂਦੇ ਬੱਸੇ ਜਾਂਦੇ ਆ, ਇੱਥੇ ਵੱਟ ਕਰਦੇ ਆ। ਮੈਡਮ ਜੇ ਗੱਲ ਕਰੀਏ ਆਪਾਂ ਇਹ ਰੋਡ ਦੇ ਉੱਤੋਂ ਤਾਂ ਉਦਾਂ ਹਰ ਪਾਸੇ ਤੋਂ ਖਾਇਆ ਨਾ ਰਖਾਇਆ ਹੋਇਆ ਪਿੰਡ ਮਹੱਲੇ ਦਾ, ਜੋ ਕਹਿੰਦੇ ਨਹੀਂ ਸਾਨੂੰ ਅੱਛਾ ਲੱਗ ਰਿਹਾ। ਤੇ ਮੈਡਮ ਇੱਥੇ ਜਿਹੜੀਆਂ ਚਿਕਨ ਦੀਆਂ ਜਿਹੜੀਆਂ ਦੁਕਾਨਾਂ ਇੱਥੇ ਓਪਨ ਕੀਤੀਆਂ ਗਈਆਂ ਨੇ ਉਹਨਾਂ ਵਾਸਤੇ ਤੇ ਤੁਸੀਂ ਮੈਡਮ ਇਹਨਾਂ ਦੇ ਕੋਲ ਐਕਸਾਈਜ਼ ਵਾਲਿਆਂ ਦੀ ਪਰਮਿਸ਼ਨ ਹੈ, ਐਕਸਾਈਜ਼ ਵਾਲਿਆਂ ਕੋਲ ਚੈੱਕ ਕੀਤਾ ਹੋਏਗਾ ਹਾਈਵੇ ਹੈ, ਚੈੱਕ ਕਰ ਲੈਂਦੇ ਸਾਡੇ ਡਾਕੂਮੈਂਟ ਸਭ ਜੇ ਇਹਨਾਂ ਕੋਲ ਪਰਮਿਸ਼ਨ ਹੁੰਦੀ ਹੈ ਫਿਰ ਠੇਕਾ ਖੋਲ ਸਕਦਾ ਜੀ ਇੱਥੇ ਦੇਖ ਲੈਂਦੇ ਆ। ਸੋ ਪੱਤਰਕਾਰਾਂ ਨੇ ਇੱਕ ਤੋਂ ਬਾਅਦ ਇੱਕ ਸਵਾਲ ਕੀਤਾ ਤੇ ਮੈਡਮ ਇੰਸਪੈਕਟਰ ਨੇ ਜਵਾਬ ਵੀ ਦਿੱਤਾ ਕਿ ਦੇਖ ਲੈਂਦੇ ਆ। ਪਰ ਜਨਾਬ, ਦੇਖਣਾ ਤਾਂ ਹੁਣ ਜਲੰਧਰ ਦੀ ਜਨਤਾ ਨੇ ਹੈ, ਜਿੱਥੇ ਦਲਿਤ ਭਾਈਚਾਰੇ ਦੀ ਵੱਧ ਆਬਾਦੀ ਹੈ ਤੇ ਚੋਣ ਸਿਰ ਤੇ ਹੈ ਔਰ ਆਮ ਆਦਮੀ ਪਾਰਟੀ ਕਾਂਗਰਸ ਤੋਂ ਬੰਦਾ ਵੀ ਪੱਟ ਲਿਆਈ। ਬਸ ਇਸ ਜਨਤਾ ਨੂੰ ਕਿਵੇਂ ਪੱਟਣਾ ਉਹ ਜਨਤਾ ਦੱਸੂ। ਖੈਰ, ਕਾਂਗਰਸ ਦੀ ਜੇ ਗੱਲ ਆਈ ਗਈ ਹੈ ਤਾਂ ਇੱਕ ਪੁਰਾਣਾ ਤੇ ਇੱਕ ਨਵਾਂ ਬਿਆਨ ਅੱਜਕੱਲ ਟਿਕਟੌਕ ਤੇ ਕਾਫੀ ਵਾयरल हो रहा है, सुना देते हैं। पार्टी में होता है कि जिसको टिकट नहीं मिलती वो नाराज हो जाते हैं, उनको मनाने की कोशिश की जाती है। कुछ लोग मान जाते हैं, कुछ लोग नाराज होकर दूसरी पार्टियों में चले जाते हैं। कांग्रेस में भी बहुत सारे लोग हमारे संपर्क में हैं, पर हम उनका कचरा लेना नहीं चाहते। सबसे पहले मैं सुशील रिंकू जी को अपने आम आदमी पार्टी के परिवार में उनका आज तहे दिल से स्वागत करता हूं। आज वो आम आदमी पार्टी का दामन थाम रहे हैं। इनके आने से आम आदमी पार्टी सिर्फ जलंधर में नहीं बल्कि पूरे द्वाबे में बहुत मजबूत होगी और इनके एक्सपीरियंस का, अनुभव का बहुत बड़ा लाभ आम आदमी पार्टी को मिलेगा। ਪਰ ਗਲੋਬਲ ਪੰਜਾਬ ਕੇਜਰੀਵਾਲ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ। ਅਜਿਹੇ ਕਿਸੇ ਵੀ ਪਾਰਟੀ ਦੇ ਨੇਤਾ ਨੂੰ ਨਹੀਂ ਕਹਿਣਾ ਚਾਹੀਦਾ। ਸਭ ਦੀ ਆਪਣੀ ਇੱਜ਼ਤ ਹੈ, ਆਪਣੀ ਗਰਿਮਾ ਹੈ, ਰੈਪੂਟੇਸ਼ਨ ਹੈ। ਬਾਕੀ ਸੁਸ਼ੀਲ ਰਿੰਕੂ ਜੀ ਨੂੰ ਤਾਂ ਜਲੰਧਰ ਵਾਸੀ ਬਹੁਤ ਚਾਹੁੰਦੇ ਨੇ। ਉਮੀਦ ਹੈ ਰਿੰਕੂ ਜੀ ਇਸ ਇਲਾਕੇ ਦੇ ਲੋਕਾਂ ਦੇ ਨਾਲ ਮਿਲ ਕੇ ਸਰਕਾਰ ਤੱਕ ਆਵਾਜ਼ ਚੁੱਕਣਗੇ ਕਿ ਇਸ ਥਾਂ ਤੇ ਠੇਕਾ ਨਾ ਖੁੱਲੇ, ਕਿਸੇ ਹੋਰ ਥਾਂ ਜ਼ਮੀਨ ਦੇ ਦਿੱਤੀ ਜਾਵੇ। ਰਿੰਕੂ ਜੀ ਨੇ ਗਲੋਬਲ ਪੰਜਾਬ ਟੀਵੀ ਦੇ ਲਈ ਵੀ ਆਵਾਜ਼ ਚੁੱਕੀ ਸੀ ਇਸੇ ਸਰਕਾਰ 'ਚ। ਅੱਜ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ, ਜਿੱਥੇ ਅੱਜ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੂੰ ਦੇਸ਼ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਭੰਡ ਰਹੀ ਹੈ, ਉਹਨਾਂ ਨੂੰ ਤੰਗ ਕਰ ਰਹੀ ਹੈ, ਨਜਾਇਜ਼ ਉਹਨਾਂ ਤੇ ਪਰਚੇ ਹੋ ਰਹੇ ਆ, ਸਜ਼ਾਵਾਂ ਹੋ ਰਹੀਆਂ, ਜਿਹੜੀਆਂ ਇੰਸਟੀਟਿਊਸ਼ਨ ਹੈ ਉਹਨਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਉਸੇ ਲੜੀ ਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਪ੍ਰੈਸ ਦੀ ਆਜ਼ਾਦੀ ਹੈ ਉਹ ਵੀ ਖਤਰੇ ਦੇ ਵਿੱਚ ਹੈ ਔਰ ਅਸੀਂ ਇਹਦੇ ਲਈ ਫਾਈਟ ਕਰਾਂਗੇ, ਜ਼ਰੂਰ ਲੜਾਂਗੇ। ਆਮ ਆਦਮੀ ਪਾਰਟੀ ਸੱਤਾ 'ਚ ਆਉਣ ਤੋਂ ਪਹਿਲਾਂ 5 ਗਰੰਟੀਆਂ ਦੇ ਚੁੱਕੀ ਹੈ ਪੰਜਾਬ ਦੀ ਜਨਤਾ ਨੂੰ ਤੇ ਕਈ ਵਾਅਦੇ ਤੇ ਦਾਅਵੇ ਹੋਰ ਵੀ ਕੀਤੇ ਸਨ। ਅੰਗਰੇਜ਼ ਨੌਕਰੀਆਂ ਮੰਗਣ ਆਉਣਗੇ, ਇਹ ਨਹੀਂ, ਦਰਅਸਲ ਇਹ ਕਿ ਪੰਜਾਬੀਆਂ ਦੇ ਲਾਇਸੈਂਸ ਅਤੇ ਆਰਸੀਆਂ ਘਰੇ ਬੈਠੇ ਮਿਲਣਗੀਆਂ। ਹਾਲਾਂਕਿ ਘਰੇ ਬੈਠੇ ਲੋਕਾਂ ਨੂੰ ਨਾ ਰਾਸ਼ਨ ਪੁੱਜਿਆ ਤੇ ਨਾ ਸੱਚੀਆਂ ਖਬਰਾਂ ਵਾਲੇ ਸੋਸ਼ਲ ਮੀਡੀਆ ਚੈਨਲ ਪਹੁੰਚੇ ਨੇ ਅਤੇ ਲਾਇਸੈਂਸ ਅਤੇ ਆਰਸੀਆਂ ਦੀ ਕੀ ਮਿਲਨੇ ਨੇ। ਖੈਰ, ਤੁਸੀਂ ਰਿਪੋਰਟ ਵੇਖੋ ਤੇ ਵੇਲੇ ਟਾਈਮ ਸੜਕਾਂ ਤੇ ਲੱਗੇ ਹੋਏ ਪੋਸਟਰ ਵੀ ਜ਼ਰੂਰ ਦੇਖ ਆਇਆ ਕਰੋ। सरकार ने बड़े बड़े लोलीपॉप तेजी 35 रुपए लैके या 40 रुपए लैके बेस बोले घरे भेजा कर। ਲੋਲੀਪੌਪ ਕਹੋ ਜਾਂ ਮਿੱਠੀਆਂ ਗੋਲੀਆਂ ਅਜੇ ਹੋਰ ਵੀ ਨੇ ਜੋ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਦਿੱਤੇ ਸਨ ਪੰਜਾਬ ਦੇ ਜਨਤਾ ਨੂੰ। ਪੰਜਾਬ ਦੇ ਲੋਕ ਚੂਸ ਰਹੇ ਨੇ। ਸਰਕਾਰ ਕਹਿੰਦੀ 1 ਸਾਲ ਹੀ ਤਾਂ ਹੋਇਆ, 4 ਸਾਲ ਬਚੇ ਆ, ਉਦੋਂ ਵੀ 5 ਸਾਲ ਪੂਰੇ ਹੋਣ ਤੋਂ ਬਾਅਦ ਆਪ ਪਾਰਟੀ ਨੇ ਕਿਹੜਾ ਪੰਜਾਬ ਤੋਂ ਚੋਣਾਂ ਲੜਨੀਆਂ ਬੰਦ ਕਰ ਦੇਣੀਆਂ ਹੈ। ਨਾ ਕੰਮ ਪੂਰੇ ਹੋਏ ਤਾਂ ਇਸ ਟਰਮ 'ਚ ਨਹੀਂ ਤਾਂ ਅਗਲੀ ਟਰਮ 'ਚ ਪੂਰਾ ਕਰ ਦੇਣਗੇ। ਜਿਵੇਂ ਮੋਦੀ ਜੀ ਨੇ ਕਿਸਾਨਾਂ ਦੀ ਇਨਕਮ ਆਪਣੀ ਪਹਿਲੀ ਸਰਕਾਰ 'ਚ ਦੁੱਗਣੀ ਨਹੀਂ ਕੀਤੀ, ਹੁਣ ਭਾਵੇਂ ਲੱਗੇ ਹੋਏ ਨੇ। देश के किसानों की आय 2 गुना करने का लक्ष्य लेकर के आगे बढ़ना है। ਭਾਵੇਂ 20,000 ਕਰੋੜ ਅਡਾਨੀ ਦੀ ਕੰਪਨੀ 'ਚ ਕਿਸ ਨੇ ਲਗਾਏ, ਇਸ ਤੇ ਕੁਝ ਨਾ ਬੋਲਦੇ ਹੋਣ। ਖੈਰ, ਅਡਾਨੀ ਨੇ ਤਾਂ ਦੱਸਤਾ ਇਸ ਦੇ ਬਾਰੇ, ਪਰ ਜੋ ਬਰਨਾਲਾ ਦੇ ਲੋਕ ਦੱਸ ਰਹੇ ਨੇ ਉਹ ਤੁਹਾਨੂੰ ਸੁਣਾ ਦਿੰਦੇ ਆ। ਮੈਂ ਇੱਥੇ ਆਪਣਾ ਲਾਇਸੈਂਸ ਰਿਨਿਊ ਕਰਾਉਣ ਦਿੱਤਾ ਸੀ, ਹੁਣ ਅਸੀਂ ਬੀੜੇ ਜਨਵਰੀ ਦਿੱਤਾ ਸੀਗਾ। ਬਹੁਤ ਖੱਜਲ ਖਵਾਰੀ ਹੋ ਰਹੀ ਹੈ। ਅਸੀਂ ਪੁੱਛਦੇ ਹਾਂ ਤੇ ਸਵਿੰਡਰ ਇਹਨਾਂ ਦਾ ਕੋਈ। ਮੈਂ ਡੀਟੀ ਆਫਿਸ ਆਪਣੀ ਆਰਸੀ ਵਾਸਤੇ ਆਇਆ ਹਾਂ।
मेरी 3 महीने हो गए, मैंने 12वें महीने गड्डी नवीं लेती सी, मैंने 17 जनवरी ਨੂੰ टैक्स भर चुके हैं, 3 महीने हो गए, मेरी हाल तक कापी नहीं आई। सर कसूर ਤੁਹਾਡਾ ਹੀ ਹੈ, ਤੁਹਾਡੇ ਨਾਲ ਉਹਨਾਂ ਦਾ ਹੈ ਜਿਨ੍ਹਾਂ ਬਿਨਾਂ ਸੋਚੇ ਸਮਝੇ ਇੱਕ ਵੱਡਾ ਕਦਮ ਚੁੱਕਿਆ ਸੀ। ਪਤਾ ਹੈ ਨਾ ਕਿਹੜਾ? ਸਿਆਸਤਦਾਨਾਂ ਦੇ ਚਿਕਨੀ ਚੁਪੜੀਆਂ ਗੱਲਾਂ ਦੇ ਵਿੱਚ ਆਉਣਾ। ਗੱਲ ਵੀ ਸਹੀ ਹੈ ਕਿ ਆਪ ਨੇ ਪਹਿਲੀ ਵਾਰ ਸੱਤਾ 'ਚ ਆਉਣਾ ਸੀ, ਲੋਕਾਂ ਨੇ ਢਿੱਡ 'ਚ ਵੜ ਕੇ ਥੋੜੀ ਦੇਖਿਆ ਕਿ ਕੌਣ ਲੋਲੀਪੌਪ ਦੇ ਰਿਹਾ ਹੈ ਤੇ ਕੌਣ ਮਿੱਠੀਆਂ ਗੋਲੀਆਂ ਦੇ ਚੁੱਕਾ ਹੈ, ਸੱਤਾ ਭੁਗਤ ਚੁੱਕਾ ਹੈ। ਤੁਹਾਨੂੰ ਤਾਂ 10 ਗਰੰਟੀਆਂ ਮਿਲੀਆਂ ਸੀ, 5/500 ਤੁਸੀਂ ਚੱਕ ਲਈਆਂ। ਕਿੱਥੇ ਅੰਗਰੇਜ਼ ਨੌਕਰੀਆਂ ਮੰਗਣ ਆਇਆ ਕਰਨਗੇ ਕਿ ਇੱਥੇ ਇੰਨੀ ਵਧੀਆ ਫੈਕਟਰੀ ਲੱਗ ਗਈ। ਅਜੇ ਤਾਂ ਸਰਕਾਰ ਨੇ ਆਪਣੇ ਇਸ ਕਥਨ ਨੂੰ ਵੀ ਪੂਰਾ ਕਰਨਾ ਹੈ। ਸੋ ਜੋ ਅੰਗਰੇਜ਼ ਆਉਣਗੇ, ਜੇ ਲੋਕਾਂ ਤੋਂ ਚਾਹਵਾਨ ਅੰਗਰੇਜ਼ਾਂ ਤੋਂ ਨੌਕਰੀ ਮੰਗੀ ਤਾਂ ਤੁਸੀਂ ਉਸ ਨੂੰ ਆਰਟੀਆਈ ਦਫ਼ਤਰ ਦੇ ਚੱਕਰ ਮਾਰਨ ਦੀ ਨੌਕਰੀ ਦੇ ਦੇਣਾ ਕਿ ਭਾਈ ਮਾਨ ਸਾਹਿਬ ਦੀ ਸਰਕਾਰ ਨੇ ਤਾਂ ਘਰ ਘਰ ਕੁਝ ਨਹੀਂ ਭੇਜਿਆ, ਆਪਾਂ ਅੰਗਰੇਜ਼ ਹੀ ਭੇਜ ਦੇਣਾ ਹੈ ਸਰਕਾਰੀ ਦਫ਼ਤਰ। ਨਾਲੇ ਮਾਨ ਸਾਹਿਬ ਦੀ ਗੱਲ ਵੀ ਹੋ ਜਾਓ ਪੂਰੀ ਤੇ ਨਾਲੇ ਆਪਣੀ ਠੁੱਕ ਟਕਾ ਕੇ। ਬਾਕੀ ਟਕਾ ਕੇ ਆ ਵੀ ਆ ਕਿ ਕੇਜਰੀਵਾਲ ਦੀ ਲਵ ਯੂ ਯਾਦ ਰੱਖਿਓ ਤੇ ਜਲੰਧਰ ਜਿਮਣੀ ਚੋਂ ਵੀ ਮੋੜੇ ਆ ਜਿੱਥੇ ਸਾਡੇ ਪੱਤਰਕਾਰ ਵੀ ਪੁੱਜੇ ਹੋਏ ਨੇ। ਖੁੱਲੇ ਮਨ ਤੋਂ ਯਾਦ ਆਇਆ, ਦਰਅਸਲ ਅੱਜ ਦੀ ਜਨਤਾ ਉਸ ਵੇਲੇ 'ਚ ਜੀ ਰਹੀ ਹੈ ਜਿੱਥੇ ਪੁਰਾਣਾ ਵਾਹਨ ਖਰੀਦਣ ਦੇ ਲਈ ਲੋਕਾਂ ਨੂੰ ਮੂੰਹ ਬੰਨ ਕੇ ਪਾਈ ਜੋੜਨੀ ਪੈਂਦੀ ਹੈ। ਨਵਾਂ ਵਾਹਨ ਤਾਂ ਬਹੁਤ ਦੂਰ ਦੀ ਗੱਲ ਹੈ, ਉਸ ਤੇ ਵੀ ਜੇ ਸਿਖਰ ਧੁੱਪੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਆਪਣੀਆਂ ਜੁੱਤੀਆਂ ਕਿਸਾਨੀਆਂ ਪੈਣ ਤਾਂ ਕੰਮ ਬੋਲਦਾ ਦਾ ਇਹ ਬੋਰਡ ਤਾਂ ਜ਼ਰੂਰ ਚੇਤੇ ਆਵੇਗਾ ਹੀ। ਖੈਰ, ਸਾਡੇ ਪੈਸਿਆਂ ਦੇ ਨਾਲ ਸਰਕਾਰਾਂ ਦੇ ਸੜਕਾਂ ਤੇ ਵੱਡੇ ਵੱਡੇ ਪੋਸਟਰ ਲਾਏ ਹੋਏ ਨੇ। ਜਿਹੜਾ ਬੰਦਾ ਕਿਸੇ ਵੀ ਸਰਕਾਰੀ ਦਫ਼ਤਰ ਜਾਵੇ, ਖੱਜਲ ਖੁਆਰ ਹੋਵੇ, ਉਹ ਇਹਨਾਂ ਬੈਨਰਾਂ ਨੂੰ ਵੇਖ ਕੇ ਕੁਝ ਘੜੀਆਂ ਸੁੱਖ ਦਾ ਸਾਹ ਜ਼ਰੂਰ ਲੈ ਸਕਦਾ ਹੈ। ਬਾਕੀ ਜੇ ਸਰਕਾਰ ਦਫ਼ਤਰ ਦੀ ਗੱਲ ਆ ਹੀ ਗਈ ਹੈ ਤਾਂ ਐਸਡੀਐਮ ਸਾਹਿਬ ਕੀ ਆਖਦੇ ਨੇ ਲਾਇਸੈਂਸਾਂ ਤੇ ਆਰਸੀਆਂ ਨੂੰ ਲੈ ਕੇ ਜੋ ਬਣਿਆ ਸੀ, ਮਾਨ ਸਾਹਿਬ ਨੇ ਤੁਹਾਡੇ ਘਰੇ ਪੁਜਾਇਆ ਨਹੀਂ। ਬਾਕੀ ਜੇ ਸਰਕਾਰੀ ਦਫ਼ਤਰਾਂ ਦੀ ਗੱਲ ਆ ਹੀ ਗਈ ਹੈ ਤਾਂ ਐਸਡੀਐਮ ਸਾਹਿਬ ਕੀ ਆਖਦੇ ਨੇ ਲਾਇਸੈਂਸਾਂ ਤੇ ਆਰਸੀਆਂ ਨੂੰ ਲੈ ਕੇ ਜੋ ਮਾਨ ਸਾਹਿਬ ਨੇ ਤੁਹਾਡੇ ਘਰੇ ਪੁਜਾਣੀਆਂ ਸੀ, ਨਹੀਂ ਪੁੱਜੀਆਂ। ਖੈਰ, ਆਓ ਸੁਣਦੇ ਹਾਂ ਐਸਡੀਐਮ ਸਾਹਿਬ ਕੀ ਕਹਿੰਦੇ ਨੇ। ਤਾਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈਗਾ ਇਹ ਪ੍ਰੋਬਲਮ ਆ ਰਹੀ ਹੈਗੀ, ਕੋਈ ਟੈਕਨੀਕਲ ਇਸ਼ੂ ਹੈਗਾ ਕੰਪਨੀ ਦੇ ਪੱਧਰ ਤੇ, ਬਟ ਅਸੀਂ ਉਹ ਗੱਲ ਕੀਤੀ ਹੈਗੀ ਸੈਕਟਰੀ ਸਾਹਿਬ ਨਾਲ ਵੀ, ਆਰਟੀਆਈ ਸਾਹਿਬ ਨਾਲ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਸਮੱਸਿਆ ਹੈਗੀ ਜਲਦੀ ਹੱਲ ਹੋਵੇਗੀ। ਐਸਡੀਐਮ ਸਾਹਿਬ, ਕੁਝ ਸਮੇਂ ਪਹਿਲਾਂ ਤਾਂ ਸਰਕਾਰ ਬਣੀ ਸੀ, ਇੰਜ ਨਾ ਕਹੋ ਸਰਕਾਰ ਗੁੱਸੇ ਵੀ ਹੋ ਸਕਦੀ ਹੈ। ਸਰਕਾਰਾਂ ਤਾਂ ਪਹਿਲਾਂ ਹੀ ਲੋਕਾਂ ਦੇ YouTube ਤੇ Facebook ਬੰਦ ਕਰਦੀ ਫਿਰਦੀ ਹੈ, ਕਿਤੇ ਤੁਹਾਡਾ ਸੱਚ ਕੌੜਾ ਨਾ ਲੱਗ ਜਾਵੇ। ਖੈਰ, ਪੰਜਾਬ ਦੇ ਬੰਦਿਆਂ ਦੇ ਨਾਲ ਨਾਲ ਮੈਂ ਵੀ ਉਡੀਕਦਾ ਹਾਂ, ਹਾਏ ਕਦੋਂ ਅੰਗਰੇਜ਼ ਨੌਕਰੀਆਂ ਮੰਗਣ ਆਉਣਗੇ ਤੇ ਜੇ ਅਜਿਹੇ ਹਾਲਾਤ ਰਹੇ ਤਾਂ ਆਪਾਂ ਉਹਨਾਂ ਨੂੰ ਸਰਕਾਰੀ ਦਫ਼ਤਰਾਂ 'ਚ ਭੇਜੀਏ ਜੇ ਘਰ 'ਚ ਲਾਇਸੈਂਸ ਜਾਂ ਆਰਸੀਆਂ ਨਾ ਆਈਆਂ ਤਾਂ। ਰਿਪੋਰਟ ਵਨੀਤ ਸ਼ਰਮਾ। ਗ੍ਰਾਮ ਪੰਚਾਇਤਾਂ ਦਾ ਸਰਕਾਰੀ ਨੀਤੀਆਂ ਲਾਗੂ ਕਰਵਾਉਣ ਤੇ ਪਿੰਡਾਂ ਦੇ ਵਿਕਾਸ 'ਚ ਇੱਕ ਅਹਿਮ ਯੋਗਦਾਨ ਹੁੰਦਾ ਹੈ, ਕਿਸੇ ਤੋਂ ਲੁਕਿਆ ਨਹੀਂ। ਪਿੰਡਾਂ ਦੇ ਪ੍ਰਤੀ ਪੂਰੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਨ ਵਾਲੇ ਉਸ ਦੇ ਚੁਣੇ ਹੋਏ ਨੁਮਾਇੰਦੇ ਪੰਚਾਂ ਤੇ ਸਰਪੰਚਾਂ ਨੂੰ ਸਰਕਾਰ ਦੇ ਵੱਲੋਂ ਲਗਾਤਾਰ ਅਣਗੌਲਿਆ ਜਾ ਰਿਹਾ ਹੈ। ਇਸ ਦੀ ਮੁੱਖ ਉਦਾਹਰਣ ਇਹ ਹੈ ਕਿ ਪੰਚਾਂ ਤੇ ਸਰਪੰਚਾਂ ਨੂੰ ਸਰਕਾਰ ਦੇ ਵੱਲੋਂ ਦਿੱਤਾ ਜਾਣ ਵਾਲਾ ਮਾਣ ਭੱਤਾ 7 ਸਾਲਾਂ ਤੋਂ ਦਿੱਤਾ ਹੀ ਨਹੀਂ ਗਿਆ। ਪਿਛਲੇ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਦੀ ਮੌਜੂਦਾ ਸਾਡਾ ਕੰਮ ਬੋਲਦਾ ਵਾਲੀ ਸਰਕਾਰ ਨੇ ਵੀ 1 ਸਾਲ ਦੀ ਸੱਤਾ ਦਾ ਸੁੱਖ ਮਾਣਨ ਦੇ ਉਪਰੰਤ ਵੀ ਪੰਚਾਂ ਸਰਪੰਚਾਂ ਨੂੰ ਮਾਣ ਭੱਤਾ ਦੇਣ ਦੇ ਬਾਰੇ ਹਾਲੇ ਤੱਕ ਕੋਈ ਕਦਮ ਚੁੱਕਿਆ ਹੀ ਨਹੀਂ। ਦੱਸ ਦਈਏ ਕਿ 1966 ਚ ਤਤਕਾਲੀਨ ਪੰਜਾਬ ਸਰਕਾਰ ਨੇ ਲੋਕਤੰਤਰ ਦੀ ਇਸ ਸਭ ਤੋਂ ਹੇਠਲੀ ਇਕਾਈ ਮੰਨੀ ਜਾਣ ਵਾਲੀ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਪੰਚਾਂ ਤੇ ਸਰਪੰਚਾਂ ਦੀ ਮਾਣ ਭੱਤਾ ਰਾਸ਼ੀ 'ਚ ਵਾਧਾ ਕਰਨ ਦੇ ਲਈ ਇੱਕ ਬਿੱਲ ਪਾਸ ਕੀਤਾ ਸੀ। ਪੰਜਾਬ ਸਰਕਾਰ ਦੇ ਵੱਲੋਂ ਮਾਣ ਭੱਤੇ ਦੇ ਨਾਂ ਤੇ 1200 ਰੁਪਏ ਪ੍ਰਤੀ ਮਹੀਨਾ ਸਰਪੰਚਾਂ ਨੂੰ ਅਤੇ 700 ਰੁਪਏ ਪ੍ਰਤੀ ਮਹੀਨਾ ਪੰਚਾਂ ਨੂੰ ਦੇਣਾ ਨਿਸ਼ਚਿਤ ਕੀਤਾ ਗਿਆ ਸੀ। ਪਰ ਜ਼ਮੀਨੀ ਹਕੀਕਤ ਮੌਜੂਦਾ ਇਹ ਹੈ ਕਿ ਇਹਨਾਂ ਲੋਕਾਂ ਨੂੰ ਮਿਲਦਾ ਕੁਝ ਵੀ ਨਹੀਂ ਪਿਆ। ਦਰਅਸਲ ਨਾ ਤਾਂ 2017 ਤੋਂ 2022 ਤੱਕ ਸੱਤਾ 'ਚ ਰਹੀ ਕਾਂਗਰਸ ਪਾਰਟੀ ਨੇ ਸਰਪੰਚਾਂ ਵੱਲੋਂ ਉਹਨਾਂ ਵੱਲ ਤਵੱਜੋ ਦਿੱਤੀ ਅਤੇ ਨਾ ਹੀ ਅਜੇ ਤੱਕ ਮੌਜੂਦ ਮਾਨ ਸਰਕਾਰ ਨੇ ਪੰਚ ਸਰਪੰਚਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਹੈ। ਹਾਂ, ਖਬਰ ਆ ਕਿ ਬੀਤੇ ਦਿਨੀ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਉਹਨਾਂ ਨੇ ਪੰਚਾਂ ਸਰਪੰਚਾਂ ਦੇ ਨਾਲ ਮੁਲਾਕਾਤ ਜ਼ਰੂਰ ਕੀਤੀ ਸੀ। ਆਖਿਆ ਸੀ ਕਿ ਪੰਚਾਂ ਸਰਪੰਚਾਂ ਨੂੰ ਜੋ ਸਹੂਲਤਾਂ ਨੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ, ਜਦਕਿ ਸਰਕਾਰ 'ਚ ਬੈਠੇ ਐਮਐਲਏ ਸਰਕਾਰ ਤੋਂ ਇੱਕ ਵੱਡੀ ਰਾਸ਼ੀ ਲੈ ਰਹੇ ਨੇ, ਜਦਕਿ ਜੇ ਐਮਪੀ ਐਮਐਲਏ ਚੁਣੇ ਹੋਏ ਨੁਮਾਇੰਦੇ ਨੇ ਤਾਂ ਪੰਚ ਸਰਪੰਚ ਵੀ ਤਾਂ ਚੁਣੇ ਹੋਏ ਨੁਮਾਇੰਦੇ ਨੇ ਨਾ। ਸੋ ਲੋਕਤੰਤਰ ਦੀ ਇਸ ਸਭ ਤੋਂ ਛੋਟੀ ਇਕਾਈ ਅੱਜ ਸਰਕਾਰ ਤੋਂ ਖਫਾ ਹੈ ਤੇ ਸਰਕਾਰ ਕਹਿੰਦੀ ਸਾਡਾ ਕੰਮ ਬੋਲਦਾ। ਸਾਡੀਆਂ ਪੈਸਿਆਂ ਦੇ ਨਾਲ ਲੱਗੇ ਸੜਕਾਂ ਤੇ ਵੱਡੇ ਵੱਡੇ ਬੈਨਰ ਤੇ ਪੋਸਟਰਾਂ ਤਾਂ ਤੁਸੀਂ ਵੇਖ ਹੀ ਚੁੱਕੇ ਹੋਵੋਗੇ, ਲੇਕਿਨ ਹੁਣ ਤੁਸੀਂ ਸਰਪੰਚਾਂ ਨੂੰ ਸੁਣੋ। ਸਾਨੂੰ ਜਿਹੜਾ ਸਰਪੰਚਾਂ ਨੂੰ ਮਾਣ ਭੱਤਾ ਪਿਛਲੇ 7 ਸਾਲਾਂ ਤੋਂ ਜਦੋਂ ਤੋਂ ਵੀ ਪੰਚਾਇਤ ਬਣੀ ਆ ਮੇਰੀ 2019 ਦੇ ਵਿੱਚ ਸਾਡੀ ਪੰਚਾਇਤ ਬਣੀ ਸੀ, ਉਦੋਂ ਤੋਂ ਲੈ ਕੇ ਸਰਪੰਚਾਂ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ ਗਿਆ ਤੇ ਇਹ ਨਵੀਂ ਸਰਕਾਰ ਤੋਂ ਸਾਨੂੰ ਕੁਝ ਆਸ ਸੀ ਕਿ ਇਹ ਮਾਣ ਭੱਤਾ ਦੇਣਗੇ, ਪਰ ਇਹਨਾਂ ਨੇ ਵੀ ਸਾਡੀ ਕੋਈ ਬਾਤ ਨਹੀਂ ਪੁੱਛੀ। ਜਿਹੜੇ ਵਿਕਾਸ ਦੇ ਪੱਖੋਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਆ, ਨਵੀਂ ਸਰਕਾਰ ਦੇ ਜਿਹੜੇ ਲੋਕਲ ਲੀਡਰ ਹੈਗੇ ਆ
ਉਹਨਾਂ ਨੇ ਸਰਪੰਚਾਂ ਕੋਲੋਂ ਕੰਮ ਖੋਹ ਕੇ ਪਿੰਡਾਂ ਦਾ ਤੇ ਆਪਣੇ ਬੰਦਿਆਂ ਨੂੰ ਦਿੱਤਾ ਹੋਇਆ। ਉਹ ਜਿਹੜੇ ਬੰਦੇ ਆ ਉਹ ਗੈਰ ਸੰਵਿਧਾਨਕ ਬੰਦੇ ਆ। ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਕਈਆਂ ਪਿੰਡਾਂ ਦੇ ਵਿੱਚ ਤਾਂ ਕੋਰਮ ਪੂਰਾ ਹੈ, ਕਈਆਂ ਪਿੰਡਾਂ ਦੇ ਵਿੱਚ ਕੋਰਮ ਤੋੜਿਆ ਹੋਇਆ। ਇਹਨਾਂ ਨੇ ਆਪਣੇ ਬੰਦੇ ਵਿੱਚ ਛੱਡ ਕੇ ਕੋਰਮ ਤੋੜ ਕੇ ਤੇ ਉਹਨਾਂ ਪਿੰਡਾਂ ਦੇ ਵਿੱਚ ਪ੍ਰਬੰਧਕ ਲਗਾਏ ਹੋਏ ਆ। ਪ੍ਰਬੰਧਕ ਵੀ ਉਹਨਾਂ ਪਿੰਡਾਂ ਦੇ ਵਿੱਚ ਲਗਾਏ ਹੋਏ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਦੀ ਪਾਪੂਲੇਸ਼ਨ ਜ਼ਿਆਦਾ ਹੈ। ਦੇਖੋ ਜੀ, ਇੱਥੇ ਜਿਹੜੀ ਇਹ ਗੱਲ ਬੜੀ ਗੰਭੀਰ ਆ ਕਿ ਜਿਹੜਾ ਸਰਪੰਚਾਂ ਨੂੰ ਪਹਿਲੀ ਗੱਲ ਤਾਂ ਇਹ ਜਿਹੜਾ ਮਾਣ ਭੱਤਾ ਉਹ 1200 ਰੁਪਏ ਆ। ਤੁਸੀਂ ਇੱਕ ਚੀਜ਼ ਸੋਚੋ ਕਿ 1200 ਰੁਪਏ ਮਾਣ ਭੱਤੇ ਨਾਲ ਕਿਹੜਾ ਸਰਪੰਚ ਕੰਮ ਕਰ ਸਕਦਾ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਮਾਣ ਭੱਤਾ ਸਾਨੂੰ ਇਹ 5ਵਾਂ ਸਾਲ ਚੱਲ ਰਿਹਾ ਪੰਚਾਇਤਾਂ ਨੂੰ, ਔਰ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਲੈਕਸ਼ਨ ਵੀ ਨੇੜੇ ਆ ਗਏ ਆ, ਔਰ ਸਾਨੂੰ ਨਾ ਤਾਂ ਪਿਛਲੀ ਸਰਕਾਰ ਦੇ ਵਿੱਚ ਔਰ ਨਾ ਹੀ ਹੋਣ ਵਾਲੀ ਸਰਕਾਰ ਦੇ ਵਿੱਚ ਮਾਣ ਭੱਤਾ ਸਾਨੂੰ 1 ਮਹੀਨੇ ਦਾ ਵੀ ਨਹੀਂ ਮਿਲਿਆਗਾ। ਅਜੇ ਤੱਕ ਤਾਂ ਕੋਈ ਗੱਲਬਾਤ ਹੀ ਨਹੀਂ ਸੁਣੀ ਜੀ। ਜਦੋਂ ਸਰਕਾਰ ਨਹੀਂ ਸੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ, ਤਾਂ ਉਦੋਂ ਸੀਐਮ ਸਾਹਿਬ ਹਰ ਸਟੇਜ ਤੇ ਵੀ ਇਹ 500 ਰੁਪਈਆ ਪਹਿਲਾਂ ਸਰਕਾਰਾਂ ਨੇ ਕੀਤਾ ਸੀ, ਫਿਰ ਬਾਅਦ 1200 ਕਰਤਾ ਵੀ ਇਹ ਬਹੁਤ ਥੋੜੇ ਆ, ਸਰਪੰਚ ਦੇ ਲੈਵਲ ਦੀ ਨਹੀਂ ਗੱਲ। ਅਸੀਂ ਜਦੋਂ ਸਰਕਾਰ ਬਣੀ ਅਸੀਂ 25000 ਰੁਪਏ ਤੱਕ ਦਿਆਂਗੇ। ਉਦੋਂ ਤਾਂ ਬਹੁਤ ਗੱਲਾਂ ਕੀਤੀਆਂ ਤੇ ਤਕਰੀਬਨ ਕਿਸੇ ਦੇ ਵੀ ਸਿਰੇ ਨਹੀਂ ਲੱਗੀ, ਕੋਈ ਸਿਰਫ ਲਾਰੇ ਹੀ ਰਹਿ ਗਏ ਆ। ਹੁਣ ਇਹ ਦੂਜੇ ਪਾਸੇ ਨੂੰ ਹੋ ਗਏ ਆ ਬਸ। ਦੇਖੋ ਜੀ, ਜਦੋਂ ਅਸੀਂ ਸਰਪੰਚ ਯੂਨੀਅਨ ਬਣਾਈ ਹੈ, ਸਾਡੇ ਲਈ ਸਭ ਤੋਂ ਵੱਡੀ ਜੇ ਕੋਈ ਫੇਸ ਕਰਨ ਵਾਲੀ ਗੱਲ ਸੀ ਤੇ ਉਹ ਮਾਣ ਭੱਤਿਆਂ ਵਾਲੀ ਗੱਲ ਸੀ। ਕਿਉਂਕਿ ਇੱਕ ਸਰਪੰਚ ਦਾ ਜੋ ਬਣਦਾ ਹੱਕ ਹੈ ਉਹ ਉਸ ਨੂੰ ਦਿੱਤਾ ਹੀ ਨਹੀਂ ਜਾਂਦਾ। ਕਿਉਂਕਿ ਜਦੋਂ ਇੱਕ ਸਰਪੰਚ ਬਣਦਾ ਹੈ, ਸੰਵਿਧਾਨ ਦੇ ਅਕੋਰਡਿੰਗ ਵੀ ਜੋ ਪੰਚਾਇਤੀ ਰਾਜ ਐਕਟ 1994 ਹੈ, ਉਹਦੇ ਵਿੱਚ ਵੀ ਇਹ ਸਾਫ਼ ਤੇ ਸਪਸ਼ਟ ਲਿਖਿਆ ਗਿਆ ਹੈ ਕਿ ਜੋ ਸਰਪੰਚ ਹੈ ਉਸ ਨੂੰ ਜੋ ਨਿਯੁਕਤ ਕੀਤਾ ਗਿਆ ਮਾਣ ਭੱਤਾ 1200 ਰੁਪਏ ਹੈ, ਅਤੇ ਜੋ ਉਸ ਦੇ ਪੰਚਾਇਤ ਮੈਂਬਰ ਜਾਂ ਪੰਚ ਬਣਦੇ ਹਨ ਉਹਨਾਂ ਲਈ ਜਿਹੜਾ ਇਹ ਮਾਣ ਭੱਤਾ 700 ਰੁਪਏ ਨਿਯੁਕਤ ਕੀਤਾ ਗਿਆ ਹੈ ਜੀ। ਸਾਨੂੰ ਇਸ ਟਰਮ ਦੇ ਵਿੱਚ ਜੀ 4 ਸਾਲ ਲਗਭਗ 4 ਮਹੀਨੇ ਹੋ ਗਏ, ਸਾਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ। ਅਸੀਂ ਡੀਸੀ ਸਾਹਿਬ ਨੂੰ, ਏਡੀਸੀ ਸਾਹਿਬ ਨੂੰ ਇਹਦੇ ਸੰਬੰਧ 'ਚ 2-4 ਵਾਰੀ ਮਿਲ ਚੁੱਕੇ ਆਂਗੇ ਵੀ ਸਾਡੀ ਇੱਕ ਤਾਂ ਜਿਹੜਾ ਸਾਡਾ ਮਾਣ ਭੱਤਾ ਉਹ ਬਹੁਤ ਜ਼ਿਆਦਾ ਘੱਟ ਆ, 1200 ਰੁਪਈਆ। ਉਹ ਵੀ ਹਲੇ ਸਾਨੂੰ ਪਤਾ ਮਿਲੇ ਹੀ ਨਹੀਂ ਸਾਨੂੰ ਹੈਗਾ, ਅਸੀਂ ਤਾਂ ਸੁਣਦੇ ਹਾਂ ਵੀ 1200 ਰੁਪਈਆ। ਇੱਕ ਅਸੀਂ ਦਫ਼ਤਰਾਂ ਦੇ ਵਿੱਚ ਰੋਜ਼ਾਨਾ ਕੰਮ ਆਉਂਦੇ ਆ, ਉੱਥੇ ਸਾਤੋਂ 10-10, 20-20 ਰੁਪਈਆਂ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਨੇ, ਉਹ ਵੀ ਸਾਡੀਆਂ ਜੇਬਾਂ 'ਚੋਂ ਜਾਂਦੀਆਂ ਨੇ। ਅਸੀਂ ਲੋਕਾਂ ਨਾਲ ਕੰਮ ਜਾਂਦੇ ਆ, ਟੋਲ ਦੇ ਉੱਤੇ ਪੈਸੇ ਨੇ, ਟੋਲ ਟੈਕਸਾਂ ਦੇ ਉੱਤੇ, ਉਹ ਵੀ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਤੁਹਾਨੂੰ ਖਤਮ ਕਰਾਂਗੇ, ਉਹ ਵੀ ਸਾਡੇ ਖਤਮ ਨਹੀਂ ਕਰੇ, ਸਾਥੋਂ ਲਏ ਜਾਂਦੇ ਨੇਗੇ। ਸਾਡੇ ਸੀਐਮ ਮੁੱਖ ਮੰਤਰੀ ਜੀ ਨੂੰ ਇੱਕ ਬੇਨਤੀ ਆ, ਇਹਨਾਂ ਨੇ ਸੀਐਮ ਬਣਨ ਤੋਂ ਪਹਿਲਾਂ ਪਟਿਆਲੇ ਸਰਪੰਚਾਂ ਦੇ ਧਰਨੇ ਦੇ ਵਿੱਚ ਆ ਕੇ ਇਹ ਐਲਾਨ ਕੀਤਾ ਸੀ ਵੀ ਜੇ ਆਮ ਦੀ ਸਰਕਾਰ ਬਣਦੀ ਆ, ਭਗਵੰਤ ਸਿੰਘ ਖੁਦ ਮੁੱਖ ਮੰਤਰੀ ਬਣਦੇ ਆ, ਤਾਂ ਅਸੀਂ 10,000 ਰੁਪਈਆ ਸਰਪੰਚ ਨੂੰ ਤੇ 5,000 ਰੁਪਈਆ ਮੈਂਬਰ ਨੂੰ ਮਾਣ ਭੱਤੇ ਵਜੋਂ ਦੇਵਾਂਗੇ। ਪਰ ਬੜੇ ਅਫਸੋਸ ਦੀ ਗੱਲ ਆ, ਉਹ ਮੁੱਖ ਮੰਤਰੀ ਵੀ ਬਣ ਗਏ, ਉਹਨਾਂ ਨੇ ਆਪ ਦੀ ਸਰਕਾਰ ਦੇ ਵਿੱਚ ਵੀ 4 ਸਾਲ 4 ਮਹੀਨੇ ਹੋ ਗਏ, ਇੱਕ ਨਵਾਂ ਵੀ ਪੈਸਾ ਕਿਸੇ ਸਰਪੰਚ ਨੂੰ ਮਾਣ ਭੱਤਾ ਨਹੀਂ ਦਿੱਤਾ ਹੈਗਾ ਜੀ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਮੈਨੂੰ ਯਾਨੀ ਕਿ ਨੀਰਜ ਬਾਲੀ ਨੂੰ ਦਿਓ ਇਜਾਜ਼ਤ। ਨਵੀਆਂ ਤੇ ਤਾਜ਼ਾ ਰਿਪੋਰਟਾਂ ਲੈ ਕੇ ਕੱਲ ਹੁੰਦੇ ਆ ਹਾਜ਼ਰ। ਇਸੇ ਵੇਲੇ ਇਸੇ ਪ੍ਰੋਗਰਾਮ 'ਚ ਵਕਤ ਯਾਦ ਹੈ ਨਾ, ਯਾਦ ਰੱਖਿਓ।